Hello students, today we will revise the chapter number 1। ਜਿਵੇਂ ਕਿ ਬੱਚਿਓ ਤੁਸੀਂ ਕੱਲ ਜਿਹੜਾ ਹੈ ਰਾਸ਼ਟਰੀ ਝੰਡਾ ਕਵਿਤਾ ਦਾ ਅਭਿਆਸ ਕੀਤਾ ਸੀ, ਉਸ ਦੇ ਨਾਲ ਹੀ ਅਸੀਂ ਕਵਿਤਾ ਨੂੰ ਇੱਕ ਵਾਰ ਫਿਰ ਤੋਂ ਪੜ੍ਹਿਆ ਸੀ ਤੇ ਉਸ ਨੂੰ ਸਮਝਿਆ ਸੀ। ਤੇ ਅੱਜ ਜਿਹੜਾ ਹੈ ਅਸੀਂ ਰਾਸ਼ਟਰੀ ਝੰਡਾ ਜੋ ਕਵਿਤਾ ਹੈ ਉਸ ਨੂੰ ਇੱਕ ਵਾਰੀ ਫਿਰ ਤੋਂ ਦੁਹਰਾਵਾਂਗੇ, ਪੂਰੀ ਰਿਵੀਜ਼ਨ ਕਰਾਂਗੇ ਤਾਂ ਕਿ ਤੁਹਾਨੂੰ ਹੋਰ ਚੰਗੀ ਤਰ੍ਹਾਂ ਸਮਝ ਆ ਸਕੇ। ਤਾਂ ਆਪਾਂ ਰਾਸ਼ਟਰੀ ਝੰਡੇ ਦੇ ਵਿੱਚ ਸਭ ਤੋਂ ਪਹਿਲਾਂ ਕਵਿਤਾ ਵਿੱਚ ਪੂਰੀ ਕਵਿਤਾ ਨੂੰ ਪੜ੍ਹਾਂਗੇ, ਫਿਰ ਜੋ ਕਿ ਇਹਦੇ ਵਿੱਚ ਜੋ ਅਭਿਆਸ ਹੈ ਉਸ ਨੂੰ ਦੁਬਾਰਾ ਤੋਂ ਹੱਲ ਕਰਾਂਗੇ, ਦੁਬਾਰਾ ਤੋਂ ਇਸ ਦੀ ਰਿਵੀਜ਼ਨ ਕਰਾਂਗੇ। ਤਾਂ ਆਪਾਂ ਸ਼ੁਰੂ ਕਰਦੇ ਹਾਂ ਰਾਸ਼ਟਰੀ ਝੰਡਾ ਕਵਿਤਾ, ਔਰ ਇਸ ਦੇ ਜਿਹੜੇ ਕਵੀ ਨੇ ਉਹ ਨੇ ਡਾਕਟਰ ਹਰਨੇਕ ਸਿੰਘ ਕਲੇਰ। ਤਾਂ ਸ਼ੁਰੂ ਕਰਦੇ ਹਾਂ ਕਵਿਤਾ ਰਾਸ਼ਟਰੀ ਝੰਡਾ। ਰਾਸ਼ਟਰੀ ਝੰਡਾ ਤਿਰੰਗਾ ਪਿਆਰਾ, ਝੂਲੇ ਹਵਾ ਵਿੱਚ ਲੱਗਦਾ ਨਿਆਰਾ। ਰਾਸ਼ਟਰੀ ਝੰਡਾ ਤਿਰੰਗਾ ਪਿਆਰਾ, ਝੂਲੇ ਹਵਾ ਵਿੱਚ ਲੱਗਦਾ ਨਿਆਰਾ। ਹਰੇ ਰੰਗ ਦੀ ਇਹ ਸ਼ਾਨ ਨਿਰਾਲੀ, ਖੇਤਾਂ ਬੰਨੇ ਖੇਡੇ ਖੁਸ਼ਹਾਲੀ। ਹਰੇ ਰੰਗ ਦੀ ਇਹ ਸ਼ਾਨ ਨਿਰਾਲੀ, ਖੇਤਾਂ ਬੰਨੇ ਖੇਡੇ ਖੁਸ਼ਹਾਲੀ। ਸੋਨਾ ਉਪਜੇ ਹਰ ਖੇਤ ਦਾ ਕਿਆਰਾ, ਸੋਨਾ ਉਪਜੇ ਹਰ ਖੇਤ ਦਾ ਕਿਆਰਾ। ਰਾਸ਼ਟਰੀ ਝੰਡਾ ਤਿਰੰਗਾ ਪਿਆਰਾ। ਅਮਨ ਦੀ ਨਿਸ਼ਾਨੀ ਰੰਗ ਹੈ ਚਿੱਟਾ, ਅਮਨ ਦੀ ਨਿਸ਼ਾਨੀ ਰੰਗ ਹੈ ਚਿੱਟਾ। ਜੀਓ ਤੇ ਜੀਣ ਦਿਓ ਮੇਵਾ ਹੈ ਮਿੱਠਾ, ਜੀਓ ਤੇ ਜੀਣ ਦਿਓ ਮੇਵਾ ਹੈ ਮਿੱਠਾ। ਵਗਦੀ ਰਹੇ ਸਦਾ ਸ਼ਾਂਤੀ ਦੀ ਧਾਰਾ, ਵਗਦੀ ਰਹੇ ਸਦਾ ਸ਼ਾਂਤੀ ਦੀ ਧਾਰਾ। ਰਾਸ਼ਟਰੀ ਝੰਡਾ ਤਿਰੰਗਾ ਪਿਆਰਾ। केसरी रंग है कुर्बानी वाला, केसरी रंग है कुर्बानी वाला। जिवें सरहदां दा रखवाला, सूरज बन के चमके देश दा सितारा, सूरज बन के चमके देश दा सितारा। राष्ट्रीय झंडा तिरंगा प्यारा। गीत तिरंगे दे रल के गाइए, गीत तिरंगे दे रल के गाइए। भारत माँ दी शान वधाइए, गीत तिरंगे दे रल के गाइए। भारत माँ दी शान वधाइए। सिफतां करदा है जग सारा, राष्ट्रीय झंडा तिरंगा प्यारा। ਤਾਂ ਬੱਚਿਓ ਇਹ ਜੋ ਸੀ ਆਪਣੀ ਕਵਿਤਾ ਸੀ, ਆਪਾਂ ਜਿਹੜੀ ਹੈ ਇੱਕ ਵਾਰੀ ਇਸ ਕਵਿਤਾ ਨੂੰ ਪੂਰੀ ਤਰ੍ਹਾਂ ਪੜ੍ਹਿਆ ਹੈ। ਹੁਣ ਮੈਂ ਜਿਹੜਾ ਹੈ ਇਸ ਕਵਿਤਾ ਦਾ ਸੰਖੇਪ ਵਿੱਚ ਤੁਹਾਨੂੰ ਬਹੁਤ ਅੱਛੀ ਤਰੀਕੇ ਨਾਲ ਸਮਝਾਵਾਂਗੀ। ਤੁਸੀਂ ਇਸ ਨੂੰ ਇੱਕ ਵਾਰੀ ਫਿਰ ਤੋਂ ਧਿਆਨ ਨਾਲ ਸਮਝਣਾ ਹੈ ਤੇ ਇਹਦੇ ਅਰਥਾਂ ਨੂੰ ਸਮਝ ਕੇ ਇੱਕ ਵਾਰੀ ਇਹਦੇ ਅਭਿਆਸ ਨੂੰ ਵੀ ਹੱਲ ਕਰਾਂਗੇ। ਤਾਂ ਹਾਂਜੀ, ਜੋ ਇਸ ਵਿੱਚ ਜਿਹੜਾ ਕਵੀ ਹੈ ਡਾਕਟਰ ਹਰਨੇਕ ਸਿੰਘ ਕਲੇਰ ਜੀ ਕੀ ਕਹਿੰਦੇ ਨੇ ਕਿ ਜਿਹੜਾ ਸਾਡਾ ਰਾਸ਼ਟਰੀ ਝੰਡਾ ਹੈ ਉਹ ਸਾਨੂੰ ਬਹੁਤ ਪਿਆਰਾ ਲੱਗਦਾ ਹੈ ਅਤੇ ਝੂਲੇ ਹਵਾ ਵਿੱਚ ਲੱਗਦਾ। ਜਦੋਂ ਇਹ ਹਵਾ ਵਿੱਚ ਲਹਿਰਾਉਂਦਾ ਹੈ ਤਾਂ ਸਾਨੂੰ ਇਹ ਹੋਰ ਵੀ ਪਿਆਰਾ ਲੱਗਦਾ ਹੈ। ਫਿਰ ਇਸ ਤੋਂ ਬਾਅਦ ਜਿਹੜਾ ਕਵੀ ਹੈ ਉਸਨੇ ਇਸ ਦੇ ਵਿਚਲੇ ਆਏ ਰੰਗਾਂ ਦੀ ਮਹੱਤਤਾ ਨੂੰ ਦੱਸਿਆ ਹੈ ਕਿ ਜੋ ਇਸ ਵਿੱਚ ਜਿਹੜੇ ਰੰਗ ਨੇ ਉਹ ਕਿਵੇਂ ਆਪਣੀ ਆਪਣੀ ਮਹੱਤਤਾ ਰੱਖਦੇ ਨੇ। ਗੱਲ ਕਰੀਏ ਅਸੀਂ ਜੇ ਆਪਣੀ ਹਰੇ ਰੰਗ ਦੀ, ਤਾਂ ਜਿਹੜਾ ਹਰਾ ਰੰਗ ਹੈ ਸਾਡੇ ਖੁਸ਼ਹਾਲੀ ਦਾ ਪ੍ਰਤੀਕ ਹੈ। ਜਦੋਂ ਸਾਡੇ ਖੇਤਾਂ ਵਿੱਚ ਫਸਲਾਂ ਹਰੀਆਂ ਹਰੀਆਂ ਲਹਿਰਾ ਰਹੀਆਂ ਹੁੰਦੀਆਂ ਹਨ ਤਾਂ ਜਿਹੜੀ ਹੈ ਸਾਡੇ ਖੁਸ਼ਹਾਲੀ ਦਾ ਟਿਕਾਣਾ ਨਹੀਂ ਰਹਿੰਦਾ। ਸੋ ਇਹ ਹਰਾ ਰੰਗ ਸਾਡੀ ਖੁਸ਼ਹਾਲੀ ਦਾ ਇੱਕ ਪ੍ਰਤੀਕ ਹੈ। ਚਿੱਟਾ ਰੰਗ, ਚਿੱਟਾ ਰੰਗ ਬੇਟਾ ਹਮੇਸ਼ਾ ਹੀ ਜਿਹੜਾ ਹੈ ਆਪਣਾ ਅਮਨ ਤੇ ਸ਼ਾਂਤੀ ਦਾ ਪ੍ਰਤੀਕ ਰਿਹਾ ਹੈ ਤੇ ਇਹ ਸਾਨੂੰ ਇਹ ਪ੍ਰੇਰਣਾ ਦਿੰਦਾ ਹੈ ਕਿ ਸਾਨੂੰ ਅਮਨ ਤੇ ਸ਼ਾਂਤੀ ਨਾਲ ਰਹਿਣਾ ਚਾਹੀਦਾ ਹੈ ਅਤੇ ਦੂਜਿਆਂ ਨੂੰ ਵੀ ਇਸ ਅਮਨ ਸ਼ਾਂਤੀ ਨਾਲ ਰਹਿਣ ਦੇਣਾ ਚਾਹੀਦਾ ਹੈ। ਜੇਕਰ ਅਸੀਂ ਅਮਨ ਤੇ ਸ਼ਾਂਤੀ ਦੇ ਨਾਲ ਰਹਾਂਗੇ ਤਾਂ ਅਸੀਂ ਵੀ ਆਪਣੀ ਜ਼ਿੰਦਗੀ, ਆਪਣੇ ਜੀਵਨ ਦਾ ਜਿਹੜਾ ਸਵਾਦ ਲੈ ਸਕਦੇ ਹਾਂ ਅਤੇ ਦੂਸਰਿਆਂ ਨੂੰ ਵੀ ਜੀਣ ਦੇਣ ਲਈ ਉਹਨਾਂ ਦੀ ਜ਼ਿੰਦਗੀ ਨੂੰ ਵੀ ਸੰਵਾਰ ਸਕਦੇ ਹਾਂ। ਵਗਦੇ ਰਹੇ ਸਦਾ ਸ਼ਾਂਤੀ ਦੀ ਧਾਰਾ, ਰਾਸ਼ਟਰੀ ਝੰਡਾ ਤਿਰੰਗਾ ਪਿਆਰਾ। ਵੀ ਜਿਹੜੀ ਇਹ ਸ਼ਾਂਤੀ ਦੀ ਧਾਰਾ ਹੈ, ਜੋ ਇਹ ਸ਼ਾਂਤ ਮਾਹੌਲ ਹੈ, ਸਾਨੂੰ ਇਸ ਨੂੰ ਇਸੇ ਤਰ੍ਹਾਂ ਹੀ ਇੱਕ ਲੈਅ 'ਚ ਗਤੀਸ਼ੀਲਤਾ ਵਿੱਚ ਰੱਖਣਾ ਚਾਹੀਦਾ ਤਾਂ ਕਿ ਸਾਡਾ ਜਿਹੜਾ ਜੀਵਨ ਹੈ ਅੱਗੇ ਵੱਧਦਾ ਰਹੇ ਤੇ ਅਸੀਂ ਅੱਗੇ ਆਪਣੀ ਤਰੱਕੀ ਕਰਦੇ ਰਹੀਏ। ਕੇਸਰੀ ਰੰਗ, ਕੇਸਰੀ ਰੰਗ ਹੈ ਕੁਰਬਾਨੀ ਦਾ। ਤਾਂ ਜਿਹੜੇ ਆਪਣੇ ਫੌਜੀ ਭਾਈ ਨੇ ਸਰਹੱਦਾਂ 'ਤੇ ਸਾਡੀ ਰਖਵਾਲੀ ਕਰਦੇ ਹਨ, ਸਾਨੂੰ ਹਮੇਸ਼ਾ ਇਸ ਦੇਸ਼ ਦੇ ਵਿੱਚ ਆਜ਼ਾਦੀ ਨੂੰ ਮਹਿਸੂਸ ਕਰਾਉਂਦੇ ਹਨ। ਹਮੇਸ਼ਾ ਉਹ ਦਿਨ ਹੋਵੇ ਰਾਤ ਹੋਵੇ, ਹਮੇਸ਼ਾ ਸਾਡੀ ਰੱਖਿਆ ਕਰਨ ਲਈ ਹਮੇਸ਼ਾ ਤੈਨਾਤ ਰਹਿੰਦੇ ਹਨ। ਤਾਂ
ਤਾਂ ਜਿਹੜਾ ਇਹ ਰੰਗ ਹੈ ਕੇਸਰੀ ਦਾ ਆਪਣੇ ਆਪ ਵਿੱਚ ਹੀ ਆਪਣੀ ਬਹੁਤ ਮਹੱਤਤਾ ਰੱਖਦਾ ਹੈ। ਕੇਸਰੀ ਰੰਗ ਨੂੰ ਇਸੇ ਲਈ ਜਿਹੜਾ ਹੈ ਕੁਰਬਾਨੀ ਦਾ ਰੰਗ ਕਿਹਾ ਜਾਂਦਾ ਹੈ। ਤੇ ਜਿਹੜੇ ਸੂਰਜ ਬਣ ਕੇ ਚਮਕੇ ਦੇਸ਼ ਦਾ ਸਿਤਾਰਾ, ਇਸੇ ਕਾਰਨ ਜਦੋਂ ਸਾਡੇ ਦੇਸ਼ ਦੇ ਸਿਪਾਹੀ, ਸਾਡੇ ਦੇਸ਼ ਦੇ ਫੌਜੀ ਜਦੋਂ ਆਪਣੇ ਦੇਸ਼ ਦੀ ਰੱਖਿਆ ਲਈ ਸ਼ਹੀਦੀਆਂ ਦਿੰਦੇ ਹਨ, ਇਸੇ ਕਾਰਨ ਜਿਹੜਾ ਸਾਡੇ ਦੇਸ਼ ਦਾ ਸਿਤਾਰਾ ਪੂਰੀ ਦੁਨੀਆ ਵਿੱਚ ਚਮਕਦਾ ਹੈ, ਸਾਰੀ ਦੁਨੀਆ ਵਿੱਚ ਸਾਡੀ ਸ਼ਾਨ ਹੁੰਦੀ ਹੈ। ਹੁਣ ਇਹਦੇ ਵਿੱਚ ਸਾਨੂੰ ਜਿਹੜੀ ਗੱਲ ਕਹੀ ਗਈ ਹੈ ਕਵੀ ਨੇ ਕਿ ਜਿਹੜਾ ਇਹ ਸਾਨੂੰ ਰਾਸ਼ਟਰੀ ਝੰਡੇ ਦਾ ਵਡਿਆਈ ਨੂੰ, ਉਸਦੀ ਸਿਫਤਾਂ ਨੂੰ ਸਾਨੂੰ ਰਲ ਕੇ ਪੂਰੇ ਦੇਸ਼ ਵਿੱਚ ਗਾਉਣਾ ਚਾਹੀਦਾ ਹੈ, ਪੂਰੇ ਸੰਸਾਰ ਨੂੰ ਦੱਸਣਾ ਚਾਹੀਦਾ ਹੈ ਕਿ ਸਾਡਾ ਰਾਸ਼ਟਰੀ ਝੰਡਾ ਬਹੁਤ ਪਿਆਰਾ ਹੈ। ਸਿਫਤਾਂ ਕਰਦਾ ਹੈ ਜਗ ਸਾਰਾ, ਸਾਡੇ ਰਾਸ਼ਟਰੀ ਝੰਡੇ ਦੀ ਜਿਹੜੀ ਸਿਫਤਾਂ ਆ ਪੂਰਾ ਸੰਸਾਰ, ਪੂਰਾ ਜਗ ਕਰਦਾ ਹੈ। ਰਾਸ਼ਟਰੀ ਝੰਡਾ ਤਿਰੰਗਾ ਪਿਆਰਾ, ਇਸ ਤਰ੍ਹਾਂ ਜਿਹੜਾ ਸਾਡਾ ਰਾਸ਼ਟਰੀ ਝੰਡਾ ਹੈ ਸਾਨੂੰ ਬਹੁਤ ਪਿਆਰਾ ਲੱਗਦਾ ਹੈ ਤੇ ਜਦੋਂ ਇਹ ਹਵਾ ਵਿੱਚ ਲਹਿਰਾਉਂਦਾ ਹੈ ਤਾਂ ਸਾਨੂੰ ਹੋਰ ਵੀ ਪਿਆਰਾ ਲੱਗਦਾ ਹੈ। ਤਾਂ ਬੇਟੇ ਇਹ ਸੀ ਆਪਣੀ ਕਵਿਤਾ ਰਾਸ਼ਟਰੀ ਝੰਡਾ, ਜੋ ਕਿ ਕਵਿਤਾ ਹੈ ਉਸ ਦਾ ਸੰਖੇਪ ਵਿੱਚ ਵਰਣਨ। ਤੇ ਹੁਣ ਜਿਹੜੀ ਹੈ ਬੇਟੇ ਆਪਾਂ ਇਸ ਕਵਿਤਾ ਦਾ ਜਿਹੜਾ ਅਭਿਆਸ ਨੂੰ ਇੱਕ ਵਾਰੀ ਫਿਰ ਤੋਂ ਦੁਹਰਾਵਾਂਗੇ, ਦੁਬਾਰਾ ਇਸ ਚੈਪਟਰ ਦੀ ਜਿਹੜੀ ਹੈ ਰਿਵੀਜ਼ਨ ਕਰਾਂਗੇ ਤਾਂ ਕਿ ਤੁਹਾਨੂੰ ਕਿਸੇ ਵੀ ਚੀਜ਼ ਵਿੱਚ ਕੋਈ ਦਿੱਕਤ ਨਾ ਆਏ, ਤੁਹਾਨੂੰ ਜਿਹੜਾ ਹੈ ਪੂਰੀ ਕਵਿਤਾ ਅੱਛੀ ਤਰ੍ਹਾਂ ਸਮਝ ਆ ਸਕੇ। ਤਾਂ ਪਹਿਲਾਂ ਗੱਲ ਕਰਦੇ ਹਾਂ ਇਸ ਦੇ ਛੋਟੇ ਪ੍ਰਸ਼ਨ ਉੱਤਰਾਂ ਦੀ। ਪਹਿਲਾ ਪ੍ਰਸ਼ਨ ਹੈ, ਰਾਸ਼ਟਰੀ ਝੰਡੇ ਨੂੰ ਤਿਰੰਗਾ ਕਿਉਂ ਕਹਿੰਦੇ ਹਨ? ਤਾਂ ਮੈਨੂੰ ਲੱਗਦਾ ਕਿ ਤੁਹਾਨੂੰ ਅੱਛੀ ਤਰ੍ਹਾਂ ਸਮਝ ਆ ਗਿਆ ਹੋਵੇਗਾ ਕਿ ਰਾਸ਼ਟਰੀ ਝੰਡੇ ਨੂੰ ਤਿਰੰਗਾ ਕਿਉਂ ਕਹਿੰਦੇ ਹਨ। ਰਾਸ਼ਟਰੀ ਝੰਡੇ ਨੂੰ ਤਿਰੰਗਾ ਅਸੀਂ ਇਸ ਲਈ ਕਹਿੰਦੇ ਹਨ ਕਿਉਂਕਿ ਇਸ ਵਿੱਚ 3 ਰੰਗ ਹੁੰਦੇ ਹਨ, ਕਿਉਂਕਿ ਇਸ ਵਿੱਚ 3 ਰੰਗ ਹੁੰਦੇ ਹਨ। ਇਸ ਤੋਂ ਬਾਅਦ ਜਿਹੜਾ ਦੂਜਾ ਪ੍ਰਸ਼ਨ ਹੈ ਬੱਚੇ, ਦੂਜਾ ਪ੍ਰਸ਼ਨ ਹੈ ਕਿ ਹਰਾ ਰੰਗ ਕਿਸ ਗੱਲ ਦਾ ਪ੍ਰਤੀਕ ਹੈ? ਹਰਾ ਰੰਗ ਕਿਸ ਗੱਲ ਦਾ ਪ੍ਰਤੀਕ ਹੈ? ਖੁਸ਼ਹਾਲੀ ਦਾ। ਉੱਤਰ ਕੀ ਹੈ? ਖੁਸ਼ਹਾਲੀ ਦਾ। ਅਗਲਾ ਹੈ, ਅਮਨ ਦੀ ਨਿਸ਼ਾਨੀ ਕਿਹੜਾ ਰੰਗ ਦਰਸਾਉਂਦਾ ਹੈ? ਅਮਨ ਦੀ ਨਿਸ਼ਾਨੀ ਕਿਹੜਾ ਰੰਗ ਦਰਸਾਉਂਦਾ ਹੈ? ਤਾਂ ਰੰਗ ਕਿਹੜਾ ਹੈ? ਉਹ ਚਿੱਟਾ। ਕੇਸਰੀ ਰੰਗ, ਕੇਸਰੀ ਰੰਗ ਕਿਸ ਗੱਲ ਦਾ ਪ੍ਰਤੀਕ ਹੈ? ਕੇਸਰੀ ਰੰਗ ਕੁਰਬਾਨੀ ਦਾ ਪ੍ਰਤੀਕ ਹੈ। ਤਾਂ ਬੇਟੇ ਇਹ ਤੁਹਾਡੇ ਜਿਹੜੇ ਨੇ ਛੋਟੇ ਪ੍ਰਸ਼ਨ ਹੋ ਚੁੱਕੇ ਨੇ। ਹੁਣ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਦੂਸਰੇ ਨੰਬਰ ਵਿੱਚ ਖਾਲੀ ਸਥਾਨ ਭਰੋ। ਹਾਂਜੀ ਸਟੂਡੈਂਟਸ, ਜਿਵੇਂ ਤੁਸੀਂ ਨੋਟਸ ਵਿੱਚ ਦੇਖ ਰਹੇ ਹੋ, ਖਾਲੀ ਸਥਾਨ ਭਰੋ। ਪਹਿਲੀ ਖਾਲੀ ਥਾਂ ਇਸ ਵਿੱਚ ਦਿੱਤੀ ਗਈ ਹੈ ਕਿ ਰਾਸ਼ਟਰੀ ਝੰਡਾ ਡੈਸ਼ ਪਿਆਰਾ। ਇਹ ਤੁਸੀਂ ਜਿਹੜੀ ਹੈ ਬੱਚੇ ਆਪਣੇ ਨੋਟਸ ਵਿੱਚ ਵੀ ਤੁਸੀਂ ਦੇਖੋ ਧਿਆਨ ਨਾਲ, ਖਾਲੀ ਥਾਵਾਂ ਇੱਥੇ ਆਨਸਰ ਦਿੱਤੇ ਹੋਏ ਨੇ, ਪਰ ਆਪਾਂ ਨਾਲ ਨਾਲ ਇਹਨਾਂ ਦੀ ਰਿਵੀਜ਼ਨ ਕਰਾਂਗੇ। ਹਾਂਜੀ ਬੇਟਾ, ਆਪਣੀ ਜਿਹੜੀ ਪਹਿਲੀ ਆਪਾਂ ਖਾਲੀ ਥਾਂ ਹੁਣੇ ਪੜ੍ਹੀ ਸੀ ਰਾਸ਼ਟਰੀ ਝੰਡਾ ਡੈਸ਼ ਪਿਆਰਾ, ਇਸ ਦਾ ਆਨਸਰ ਹੈ ਤਿਰੰਗਾ। ਕੀ ਆਨਸਰ ਹੈ? ਤਿਰੰਗਾ। ਦੂਜੀ ਖਾਲੀ ਥਾਂ ਹੈ ਹਰੇ ਰੰਗ ਦੀ ਇਹ ਡੈਸ਼, ਯਾਨੀ ਕਿ ਸ਼ਾਨ ਨਿਰਾਲੀ। ਅਗਲੀ ਖਾਲੀ ਥਾਂ, ਡੈਸ਼ ਰੰਗ ਹੈ ਚਿੱਟਾ, ਅਮਨ ਦੀ ਨਿਸ਼ਾਨੀ। ਡੈਸ਼ ਰੰਗ ਹੈ ਚਿੱਟਾ, ਅਮਨ ਦੀ ਨਿਸ਼ਾਨੀ। ਅਗਲੀ ਖਾਲੀ ਥਾਂ ਹੈ ਜੀ, ਭਾਰਤ ਮਾਂ ਦੀ ਡੈਸ਼ ਵਧਾਈਏ। ਕੀ ਵਧਾਈਏ? ਸ਼ਾਨ, ਸ਼ਾਨ ਵਧਾਈਏ। ਸੂਰਜ ਡੈਸ਼ ਦੇਸ਼ ਦਾ ਸਿਤਾਰਾ। ਆਨਸਰ ਕੀ ਆਊਗਾ ਇੱਥੇ? ਬਣ ਕੇ ਚਮਕੇ। ਸੂਰਜ ਬਣ ਕੇ ਚਮਕੇ ਦੇਸ਼ ਦਾ ਸਿਤਾਰਾ। ਤਾਂ ਬੱਚੇ ਇਹ ਸੀ ਤੁਹਾਡੀ ਖਾਲੀ ਥਾਵਾਂ। ਤੇ ਬੇਟੇ ਤੁਸੀਂ ਇਹ ਤੁਹਾਡੇ ਕੋਲ ਜਿਹੜੇ ਨੋਟਸ ਨੇ, ਤੁਸੀਂ ਇਸ ਨੋਟਸ ਦੇ ਵਿੱਚੋਂ ਆਪਣੀ ਇਸ ਵਿੱਚ ਆਨਸਰ ਵੀ ਦਿੱਤੇ ਗਏ ਹਨ। ਤੁਸੀਂ ਘਰ ਵਿੱਚ ਇੱਕ ਨੋਟਬੁੱਕ ਲਗਾ ਲਓ ਜਿਸ ਦੇ ਵਿੱਚ ਤੁਸੀਂ ਆਪਣੇ ਨੋਟਸ ਵਿੱਚੋਂ ਯਾਦ ਕਰਕੇ ਕਵਿਤਾ ਨੂੰ ਮੈਂ ਤੁਹਾਨੂੰ ਸਮਝਾਈ ਦਿੱਤਾ ਹੈ, ਸਮਝ ਕੇ ਇੱਕ ਵਾਰ ਖੁਦ ਘਰ ਵਿੱਚ ਪ੍ਰੈਕਟਿਸ ਕਰੋ ਤੇ ਉਹਨਾਂ ਨੂੰ ਲਿਖ ਕੇ ਦੇਖਣ ਦੀ ਕੋਸ਼ਿਸ਼ ਕਰੋ ਕਿ ਤੁਹਾਨੂੰ ਕਿੰਨਾ ਸਮਝ ਆਇਆ ਇਹ ਚੈਪਟਰ। ਠੀਕ ਹੈ, ਤਾਂ ਆਪਾਂ ਹੁਣ ਦੂਸਰੇ ਭਾਗ ਦੀ ਗੱਲ ਕਰਦੇ ਹਾਂ। ਦੂਸਰੇ ਨੰਬਰ ਤੇ ਹੈ ਸਾਡਾ ਕਿ ਹੇਠਾਂ ਲਿਖੇ ਸ਼ਬਦਾਂ ਵਿੱਚੋਂ ਵਿਸ਼ੇਸ਼ਣ ਚੁਣੋ। ਹੇਠਾਂ ਲਿਖੇ ਸ਼ਬਦਾਂ ਵਿੱਚੋਂ ਵਿਸ਼ੇਸ਼ਣ ਚੁਣੋ। ਇਸ ਵਿੱਚ ਤੁਹਾਨੂੰ ਦੱਸਿਆ ਹੀ ਸੀ ਮੈਂ ਕਿ ਕੁਝ ਸ਼ਬਦ ਦਿੱਤੇ ਹੋਏ ਨੇ, ਉਹਦੇ ਵਿੱਚੋਂ ਤੁਸੀਂ ਵਿਸ਼ੇਸ਼ਣ ਨੂੰ ਚੁਣਨਾ ਹੈ। ਤਾਂ ਸ਼ਬਦ ਨੇ ਤਿਰੰਗਾ, ਖੁਸ਼ਹਾਲ, ਨਿਸ਼ਾਨੀ, ਗੀਤ, ਸ਼ਾਨ, ਸੂਰਜ। ਹੁਣ ਵਿਸ਼ੇਸ਼ਣ ਕੀ ਹੁੰਦਾ ਹੈ? ਵਿਸ਼ੇਸ਼ਣ ਉਹ ਹੁੰਦਾ ਹੈ ਕਿ ਜਿਸ ਵਿੱਚ ਨਾਮ, ਬਣਨਾਮ, ਰੰਗ, ਗੁਣ, ਔਗੁਣ ਬਾਰੇ ਪਤਾ ਚੱਲੇ। ਤਾਂ ਉਸ ਦੇ ਅਨੁਸਾਰ ਅਸੀਂ ਇਸ ਵਿੱਚ ਵਿਸ਼ੇਸ਼ਣ ਚੁਣਾਂਗੇ। ਤਾਂ ਵਿਸ਼ੇਸ਼ਣ ਹੈ, ਇਸ ਵਿੱਚੋਂ ਵਿਸ਼ੇਸ਼ਣ ਹੈ ਤਿਰੰਗਾ ਅਤੇ ਖੁਸ਼ਹਾਲ। ਇਹ ਤੁਹਾਡੇ ਦੋ ਜਿਹੜੇ ਨੇ ਇਸ ਸ਼ਬਦਾਂ ਵਿੱਚੋਂ ਵਿਸ਼ੇਸ਼ਣ ਹਨ। ਹੁਣ ਇਸ ਤੋਂ ਬਾਅਦ ਅਸੀਂ ਆ ਗਏ ਹਾਂ ਹੇਠ ਲਿਖੇ ਸ਼ਬਦਾਂ ਨਾਲ ਰਲਦੇ ਸ਼ਬਦ ਲਿਖੋ।
ਰਲਦੇ ਸ਼ਬਦ मतलब इंग्लिश ਵਿੱਚ ਜਿਨ੍ਹਾਂ ਨੂੰ ਕਹਿੰਦੇ ਨੇ ਰਾਈਮਿੰਗ ਵਰਡਸ। ਤਾਂ ਇਸ ਵਿੱਚ ਬੇਟੇ ਤੁਹਾਨੂੰ ਮਿਲਦੇ ਅੱਖਰ ਲਿਖਣੇ ਨੇ, ਜਿਵੇਂ ਪਿਆਰੇ ਦੇ ਨਾਲ ਤੁਸੀਂ ਨਿਆਰਾ ਬਣਾ ਸਕਦੇ ਹੋ ਕਿ ਤੁਹਾਡੇ ਜਿਹੜੇ ਅੱਖਰ ਮਿਲਦੇ ਹੋਣੇ ਚਾਹੀਦੇ ਨੇ। ਤਾਂ ਪਹਿਲਾ ਹੈ ਜਿਵੇਂ ਕਿ ਪਿਆਰਾ, ਪਿਆਰਾ ਦਾ ਤੁਸੀਂ ਕੀ ਬਣਾ ਸਕਦੇ ਹੋ, ਨਿਆਰਾ। ਨਿਰਾਲੀ, ਨਿਰਾਲੀ ਦਾ ਕੀ ਬਣ ਸਕਦਾ ਹੈ, ਖੁਸ਼ਹਾਲੀ। ਚਿੱਟਾ, ਚਿੱਟਾ ਮਿੱਠਾ। ਸਿਤਾਰਾ, ਤਾਰਾ। ਗਾਈਏ, ਵਧਾਈਏ। ਤਾਂ ਬੇਟੇ ਇਹ ਤੁਹਾਡੇ ਸੀ ਸ਼ਬਦਾਂ ਦੇ ਨਾਲ ਰਲਦੇ ਸ਼ਬਦ। ਹੁਣ ਉਸ ਤੋਂ ਬਾਅਦ ਅਸੀਂ ਅਗਲਾ ਜਿਹੜਾ ਹੈ ਇਸ ਦੇ ਸੰਖੇਪ ਜਿਹੜੇ ਪ੍ਰਸ਼ਨ ਉੱਤਰ ਤੋਂ ਬਾਅਦ ਆਪਣੇ ਸੰਖੇਪ ਪ੍ਰਸ਼ਨ ਉੱਤਰ ਹਨ, ਆਪਾਂ ਇਹਨਾਂ ਨੂੰ ਵੀ ਇੱਕ ਵਾਰੀ ਦੁਬਾਰਾ ਰਿਵਾਈਜ਼ ਕਰਾਂਗੇ ਕਿ ਸੰਖੇਪ ਪ੍ਰਸ਼ਨਾਂ ਦੀ ਉੱਤਰ ਦਿਓ। ਇਸ ਵਿੱਚ ਪਹਿਲਾ ਪ੍ਰਸ਼ਨ ਹੈ ਕਿ ਹਰੇ ਚਿੱਟੇ ਤੇ ਕੇਸਰੀ ਰੰਗ ਦੀ ਕੀ ਮਹੱਤਤਾ ਹੈ। ਹਰੇ ਚਿੱਟੇ ਤੇ ਕੇਸਰੀ ਰੰਗ ਦੀ ਕੀ ਮਹੱਤਤਾ ਹੈ। ਉੱਤਰ ਹੈ ਰਾਸ਼ਟਰੀ ਝੰਡੇ ਵਿਚਲਾ। ਇਸ ਵਿੱਚ ਬੱਚੇ ਅਸੀਂ ਤਿੰਨਾਂ ਰੰਗਾਂ ਦੀ ਇੱਕ ਵਾਰੀ ਫਿਰ ਤੋਂ ਇਕੱਠੇ ਕਰਕੇ ਮਹੱਤਤਾ ਦੱਸਾਂਗੇ। ਜਿਵੇਂ ਕਿ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਹਰੇ ਰੰਗ ਦੀ। ਰਾਸ਼ਟਰੀ ਝੰਡੇ ਵਿਚਲਾ ਹਰਾ ਰੰਗ ਦੇਸ਼ ਦੀ ਖੁਸ਼ਹਾਲੀ, ਚਿੱਟਾ ਰੰਗ ਅਮਨ ਤੇ ਸ਼ਾਂਤੀ ਅਤੇ ਕੇਸਰੀ ਰੰਗ ਕੁਰਬਾਨੀ ਦੀ ਨਿਸ਼ਾਨੀ ਹੈ। ਸੋ ਇਹ ਸਾਡੇ ਝੰਡੇ ਵਿੱਚ ਆਪਣੀ ਬਹੁਤ ਮਹੱਤਤਾ ਰੱਖਦੇ ਹਨ। ਦੂਸਰਾ ਪ੍ਰਸ਼ਨ ਹੈ ਕਵੀ ਨੇ ਕਿੰਨਾ ਸਤਰਾਂ ਵਿੱਚ ਭਾਰਤ ਲਈ ਪਿਆਰ ਪ੍ਰਗਟ ਕੀਤਾ ਹੈ। ਤੇ ਜਦੋਂ ਤੁਸੀਂ ਇਹਦਾ ਬੇਟੇ ਆਨਸਰ ਲਿਖੋਗੇ ਤਾਂ ਇਦਾਂ ਇਸੀ ਪ੍ਰਸ਼ਨ ਨੂੰ ਤੁਸੀਂ ਨੀਚੇ ਉੱਤਰ ਵਿੱਚ ਐਡ ਕਰਕੇ ਲਿਖ ਸਕਦੇ ਹੋ ਕਿ ਕਵੀ ਨੇ ਇਹਨਾਂ ਸਤਰਾਂ ਵਿੱਚ ਭਾਰਤ ਲਈ ਜੋ ਪਿਆਰ ਪ੍ਰਗਟ ਕੀਤਾ ਹੈ ਉਹ ਹੇਠ ਲਿਖੀਆਂ ਸਤਰਾਂ ਵਿੱਚ ਹੈ। ਤਾਂ ਇਸ ਦਾ ਜਿਹੜੀਆਂ ਸਤਰਾਂ ਨੇ ਉਹ ਇਸ ਪ੍ਰਕਾਰ ਹਨ। ਗੀਤ ਤਿਰੰਗੇ ਦੇ ਰਲ ਕੇ ਗਾਈਏ, ਭਾਰਤ ਮਾਂ ਦੀ ਸ਼ਾਨ ਵਧਾਈਏ। ਅਗਲਾ ਪ੍ਰਸ਼ਨ ਹੈ ਬੱਚੇ ਖੇਤਾਂ ਵਿੱਚ ਖੁਸ਼ਹਾਲੀ ਕਿਵੇਂ ਟਹਿਕ ਰਹੀ ਹੈ। ਆਨਸਰ ਹੈ ਖੇਤਾਂ ਵਿੱਚ ਹਰੀਆਂ ਭਰੀਆਂ ਬਹੁਮੁੱਲੀਆਂ ਫਸਲਾਂ ਪੈਦਾ ਹੋਣ ਨਾਲ ਖੁਸ਼ਹਾਲੀ ਟਹਿਕ ਰਹੀ ਹੈ। ਕਹਿਣ ਦਾ ਭਾਵ ਕੀ ਕਹਿ ਰਹੇ ਨੇ ਕਿ ਖੇਤਾਂ ਵਿੱਚ ਜਿਹੜੀ ਹਰਿਆਲੀ ਫੈਲੀ ਹੋਈ ਹੈ, ਹਰਿਆਲੀ ਹਰੀ ਜਿਹੜੀਆਂ ਫਸਲਾਂ ਨੇ ਲਹਿਲਹਾ ਰਹੀਆਂ ਹਨ, ਉਹਦੇ ਨਾਲ ਕੀ ਹੈ, ਖੁਸ਼ਹਾਲੀ ਟਹਿਕ ਰਹੀ ਹੈ। ਅਗਲਾ ਪ੍ਰਸ਼ਨ ਹੈ ਤੁਸੀਂ ਰਾਸ਼ਟਰੀ ਝੰਡੇ ਬਾਰੇ ਹੋਰ ਕੀ ਜਾਣਕਾਰੀ ਰੱਖਦੇ ਹੋ। ਦੇਖੋ ਇਹ ਕੁਐਸਚਨ ਜਿਹੜਾ ਹੈ ਇਸ ਕੁਐਸਚਨ ਦੇ ਕਾਰਨ ਮੈਂ ਤੁਹਾਨੂੰ ਅਲੱਗ ਤੋਂ ਵੀ ਕਵਿਤਾ ਤੋਂ ਅਲੱਗ ਤੋਂ ਵੀ ਜਿਹੜੀਆਂ ਸਤਰਾਂ ਜਿਹੜੀ ਤੁਹਾਨੂੰ ਸਮਝਾਈਆਂ ਹੋਈਆਂ ਹਨ, ਤੁਸੀਂ ਉਹਨਾਂ ਸਤਰਾਂ ਵਿੱਚੋਂ ਸਮਝ ਕੇ ਇਸ ਆਨਸਰ ਵਿੱਚ ਉਹ ਤੁਸੀਂ ਲਿਖ ਸਕਦੇ ਹੋ। ਸੋ ਇਸ ਦਾ ਉੱਤਰ ਹੈ ਰਾਸ਼ਟਰੀ ਝੰਡੇ ਵਿੱਚ 3 ਰੰਗਾਂ ਤੋਂ ਇਲਾਵਾ ਵਿਚਕਾਰਲੀ ਚਿੱਟੀ ਪੱਟੀ ਵਿੱਚ ਨੇਵੀ ਬਲੂ ਰੰਗ ਦੇ ਅਸ਼ੋਕ ਚੱਕਰ ਦਾ ਚਿੰਨ੍ਹ ਵੀ ਹੈ, ਜਿਸ ਨੂੰ ਸਾਰਨਾਥ ਵਿੱਚ ਬੜੇ ਅਸ਼ੋਕ ਥੰਮ ਤੋਂ ਲਿਆ ਗਿਆ ਹੈ। ਕਿੱਥੋਂ ਲਿਆ ਗਿਆ ਹੈ? ਸਾਰਨਾਥ, ਜੋ ਵਿਕਾਸ ਤੇ ਤਰੱਕੀ ਦਾ ਚਿੰਨ੍ਹ ਹੈ। 26 ਜਨਵਰੀ ਨੂੰ ਰਾਸ਼ਟਰਪਤੀ ਜੀ ਇਸ ਝੰਡੇ ਨੂੰ ਰਾਜਪਥ ਉੱਤੇ ਝੁਲਾਉਂਦੇ ਹਨ ਤੇ 15 ਅਗਸਤ ਨੂੰ ਪ੍ਰਧਾਨ ਮੰਤਰੀ ਜੀ ਇਸ ਨੂੰ ਲਾਲ ਕਿਲੇ ਉੱਤੇ ਝੁਲਾਉਂਦੇ ਹਨ। ਪ੍ਰਸ਼ਨ 5ਵਾਂ ਹੈ ਜੀ ਰਾਸ਼ਟਰੀ ਝੰਡਾ ਕਵਿਤਾ ਵਿੱਚ ਮੁੱਖ ਤੌਰ ਤੇ ਕੀ ਵਰਣਨ ਕੀਤਾ ਗਿਆ ਹੈ। ਉੱਤਰ ਹੈ ਇਸ ਕਵਿਤਾ ਵਿੱਚ ਮੁੱਖ ਤੌਰ ਤੇ ਆਪਣੇ ਭਾਰਤ ਦੇਸ਼ ਦੇ ਰਾਸ਼ਟਰੀ ਝੰਡੇ ਦੀ ਮਹਿਮਾ ਗਾਈ ਗਈ ਹੈ। ਇਸ ਦੇ 3 ਰੰਗਾਂ ਦੇ ਮਹੱਤਵ ਨੂੰ ਉਜਾਗਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸਾਨੂੰ ਤਿਰੰਗੇ ਝੰਡੇ ਦਾ ਗੀਤ ਗਾਉਣ ਤੇ ਭਾਰਤ ਮਾਂ ਦੀ ਸ਼ਾਨ ਵਧਾਉਣ ਦੀ ਪ੍ਰੇਰਨਾ ਦਿੱਤੀ ਗਈ ਹੈ। ਬੱਚੇ ਜਿਹੜਾ ਤੁਹਾਡਾ ਇਹ 5ਵਾਂ ਪ੍ਰਸ਼ਨ ਹੈ, ਇਹਦੇ ਵਿੱਚ ਤੁਸੀਂ ਜਿਹੜਾ ਹੈ ਕਵਿਤਾ ਨੂੰ ਪੂਰੀ ਤਰ੍ਹਾਂ ਇਸ ਵਿੱਚ ਐਕਸਪਲੇਨ ਕਰ ਦੇਣਾ ਕਿ ਤੁਸੀਂ ਇਸ ਵਿੱਚ ਕੀ ਪੜ੍ਹਿਆ, ਰੰਗਾਂ ਬਾਰੇ ਪੜ੍ਹਿਆ, ਗੀਤ ਗਾਉਣ ਬਾਰੇ ਦੱਸਿਆ ਹੈ ਕਿ ਸਿਫਤਾਂ ਗਾਉਣ ਬਾਰੇ ਕਿਹਾ ਗਿਆ ਹੈ। ਇਸ ਵਿੱਚ ਤੁਸੀਂ ਸਾਰਾ ਕੁਝ ਲਿਖ ਦੇਣਾ ਹੈ। ਹੁਣ ਇਸ ਤੋਂ ਬਾਅਦ ਬੇਟੇ ਮੈਂ ਤੁਹਾਨੂੰ ਕੁਝ ਰਾਸ਼ਟਰੀ ਝੰਡੇ ਨਾਲ 1-2 ਗੱਲ ਹੋਰ ਦੱਸਣਾ ਚਾਹੁੰਦੀ ਹਾਂ ਕਿ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ ਕਿ ਜਿਹੜਾ ਸਾਡਾ ਰਾਸ਼ਟਰੀ ਝੰਡਾ ਬੱਚੇ ਸਭ ਨੂੰ ਪਤਾ ਹੈ ਕਿ ਸਾਡੇ ਦੇਸ਼ ਦੀ ਸ਼ਾਨ ਹੈ। ਤੇ ਰਾਸ਼ਟਰੀ ਝੰਡੇ ਨੂੰ ਜਦੋਂ ਵੀ ਕਹਿੰਦੇ ਕਿ ਜਦੋਂ ਇਹ ਮੈਲਾ ਹੋ ਜਾਵੇ ਜਾਂ ਇਹ ਫਟ ਜਾਵੇ ਤਾਂ ਕਦੀ ਵੀ ਇਸ ਨੂੰ ਲਹਿਰਾਣਾ ਨਹੀਂ ਚਾਹੀਦਾ। ਤੇ ਜਦੋਂ ਵੀ ਇਹ ਤਿਰੰਗਾ ਝੰਡਾ ਤਿਰਛਾ ਕੀਤਾ ਜਾਂਦਾ ਹੈ, ਇਸ ਦਾ ਭਾਵ ਇਹ ਹੁੰਦਾ ਹੈ ਕਿ ਇਹ ਇੱਕ ਸ਼ੌਕ ਦੇ ਟਾਈਮ ਜਦੋਂ ਕੋਈ ਸ਼ੌਕ ਯਾਨੀ ਕਿ ਕਿਸੇ ਫੌਜੀ ਦੀ ਜਾਂ ਕਿਸੇ ਮਹਾਨ ਸ਼ਖਸੀਅਤ ਜਿਹੜੀ ਕਿ ਫੌਜ ਜਾਂ ਇਸ ਤਰ੍ਹਾਂ ਦਾ ਬੰਦੇ ਦੀ ਜਦੋਂ
ਸ਼ਹੀਦ ਹੋ ਜਾਵੇ ਸਾਡੇ ਦੇਸ਼ ਲਈ ਤਾਂ ਇਸ ਮੌਕੇ ਦੇ ਉੱਤੇ ਇਹ ਜਿਹੜਾ ਤਿਰੰਗਾ ਝੰਡਾ ਤਿਰਛਾ ਕੀਤਾ ਜਾਂਦਾ ਹੈ। ਮੈਂ ਸਮਝਦੀ ਹਾਂ ਬੱਚੇ ਕਿ ਤੁਹਾਨੂੰ ਇਹ ਜਿਹੜਾ ਹੈ ਕਵਿਤਾ ਪੂਰੀ ਚੰਗੀ ਤਰ੍ਹਾਂ ਸਮਝ ਆ ਗਈ ਹੋਊਗੀ ਤੇ ਇਸ ਵਿੱਚ ਜਿਹੜੇ ਤੁਹਾਡੇ ਨੋਟਸ ਨੇ ਇਹ ਤੁਹਾਡੀ ਹੋਰ ਵੀ ਮਦਦ ਕਰਨਗੇ ਤੁਹਾਨੂੰ ਇਸ ਚੈਪਟਰ ਨੂੰ ਸਮਝਣ ਵਿੱਚ ਤੇ ਹੋਰ ਤੁਹਾਨੂੰ ਇਸ ਪੜ੍ਹਨ ਵਿੱਚ ਤੁਹਾਨੂੰ ਇਸ ਨੂੰ ਬਹੁਤ ਮਦਦ ਮਿਲੇਗੀ। ਤਾਂ ਹੁਣ ਜਿਹੜਾ ਇਹ ਚੈਪਟਰ ਤੁਹਾਡਾ ਬੱਚੇ ਹੋ ਚੁੱਕਿਆ ਹੈ, ਤੁਸੀਂ ਇਸ ਨੂੰ ਘਰ ਵਿੱਚ ਬੈਠ ਕੇ ਇਹਦੀ ਰਿਵੀਜ਼ਨ ਕਰੋ ਅਤੇ ਆਪਣੀ ਨੋਟਬੁੱਕਸ ਤੇ ਇਸ ਨੂੰ ਲਿਖ ਕੇ ਦੇਖੋ। ਜੇਕਰ ਕੋਈ ਦਿੱਕਤ ਆਉਂਦੀ ਹੈ, ਪ੍ਰੋਬਲਮ ਆਉਂਦੀ ਹੈ ਬੱਚੇ, ਤੁਸੀਂ ਇਸ ਨੂੰ ਦੁਬਾਰਾ ਸਮਝਣ ਦੀ ਕੋਸ਼ਿਸ਼ ਕਰਨਾ। ਧੰਨਵਾਦ।